ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਭੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਦਾਸ ਆਪ ਜੀ ਦੇ ਨਾਲ ਇਲਾਹੀ ਗੁਰਬਾਣੀ ਦੇ ਅੰਦਰੋਂ ਕੁਝ ਵਿਚਾਰ ਸਾਂਝੇ ਕਰਨ ਜਾ ਰਿਹਾ ਹੈ। ਆਓ ਗੁਰੂ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਬਣਾ ਕੇ ਵਿਚਾਰ ਦੀ ਆਰੰਭਤਾ ਕਰੀਏ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੁਆਰਾ ਆਸਾ ਜੀ ਦੇ ਵਾਰ ਦੇ ਅੰਦਰ ਸ਼ਲੋਕ, ਜਿਸ ਅੰਦਰ ਗੁਰੂ ਦੀ ਉਸਤਤ ਕਰਦਿਆਂ ਹੋਇਆਂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜੇ ਸਹੁ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹ ਭਾਈ, ਇਸ ਸੰਸਾਰ ਦੇ ਅੰਦਰ ਹਜ਼ਾਰਾਂ ਚੰਦਰਮਾ, ਹਜ਼ਾਰਾਂ ਸੂਰਜ ਅਸਮਾਨ ਦੇ ਵਿੱਚ ਉਦੇ ਹੋ ਜਾਣ, ਪਰ ਇਸ ਸੰਸਾਰ ਦੇ ਅੰਦਰ ਹਮੇਸ਼ਾ ਮਨੁੱਖਤਾ ਦੇ ਮਨ ਅੰਦਰ ਅਗਿਆਨਤਾ ਦਾ ਹਨੇਰਾ ਵੱਸਦਾ ਰਹੇਗਾ, ਕਿਉਂਕਿ ਇਸ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਕੇਵਲ ਸੱਚੇ ਗੁਰੂ ਦੀ ਲੋੜ ਹੈ। ਜੇ ਸਹੁ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਿਉਂਕਿ ਗੁਰੂ ਤੋਂ ਬਗੈਰ ਇਸ ਸੰਸਾਰ ਦੇ ਅੰਦਰ ਹਨੇਰਾ ਹੈ, ਅਗਿਆਨਤਾ ਹੈ। ਅਗਿਆਨਤਾ ਤੋਂ ਬਗੈਰ ਇਸ ਸੰਸਾਰ ਦੇ ਅੰਦਰ ਮਨੁੱਖ ਕੁਝ ਵੀ ਨਹੀਂ ਕਰ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸੁਚੇਤ ਕਰਦੀ ਹੈ, ਇਹ ਭਾਈ, ਜੇਕਰ ਇਸ ਸੰਸਾਰ ਦੇ ਅੰਦਰੋਂ, ਆਪਣੇ ਮਨ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰਨਾ ਹੈ ਤੇ ਤੈਨੂੰ ਗੁਰੂ ਧਾਰਨ ਕਰਨਾ ਪਵੇਗਾ। ਗੁਰੂ ਕੈਸਾ ਹੋਵੇ? ਗੁਰੂ ਦੀ ਬਾਣੀ ਦੇ ਕੋਲੋਂ ਪੁੱਛੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ ਕਿ ਇਹ ਭਾਈ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਹੈ ਭਾਈ, ਅਸਲ ਵਿੱਚ ਗੁਰੂ ਉਹ ਹੋਣਾ ਚਾਹੀਦਾ ਹੈ ਜਿਸ ਨੇ ਪ੍ਰਮਾਤਮਾ ਨੂੰ ਜਾਣ ਲਿਆ ਹੋਵੇ, ਜਿਸ ਨੇ ਪ੍ਰਮਾਤਮਾ ਨੂੰ ਜਾਣ ਕੇ ਇਸ ਸੰਸਾਰ ਦੇ ਵਿੱਚ ਸੱਚ ਦਾ ਉਪਦੇਸ਼ ਦਿੱਤਾ ਹੋਵੇ। ਇਸੇ ਕਰਕੇ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਆਪਣੇ ਸ਼ਲੋਕ ਦੇ ਅੰਦਰ ਫਰਮਾਨ ਕਰਦੇ ਹਨ ਕਿ ਇਹ ਭਾਈ, ਗੁਰੂ ਐਸਾ ਹੈ ਜਿਸ ਤਰ੍ਹਾਂ ਇੱਕ ਦਰਵਾਜ਼ੇ ਨੂੰ ਖੋਲ੍ਹਣ ਵਾਸਤੇ ਕੁੰਜੀ ਦੀ ਜ਼ਰੂਰਤ ਹੁੰਦੀ ਹੈ, ਜਿੰਦਰੇ ਨੂੰ ਖੋਲ੍ਹਣ ਵਾਸਤੇ ਕੁੰਜੀ ਦੀ ਜ਼ਰੂਰਤ ਹੁੰਦੀ ਹੈ, ਇਸੇ ਪ੍ਰਕਾਰ ਗੁਰੂ ਹੈ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ। ਇਹ ਭਾਈ, ਜਿਸ ਤਰ੍ਹਾਂ ਗੁਰੂ ਇੱਕ ਕੁੰਜੀ ਹੈ, ਪਾਹੂ ਨਿਵਲ ਮਨ, ਮਨੁੱਖਤਾ ਦਾ ਮਨ ਮਾਇਆ ਦੇ ਜਿੰਦਰੇ ਨਾਲ ਜਕੜਿਆ ਹੋਇਆ ਹੈ, ਤੇ ਜਿੰਦਰਾ ਵੀ ਐਸਾ ਹੈ ਜਿਸ ਤਰ੍ਹਾਂ ਇਸ ਸੰਸਾਰ ਦੇ ਅੰਦਰ ਪਸ਼ੂਆਂ ਨੂੰ ਜਕੜਨ ਵਾਸਤੇ ਸੰਗਲ ਦੇ ਵਿੱਚ ਜਿੰਦਰਾ ਲਗਾਇਆ ਜਾਂਦਾ ਹੈ ਕਿ ਇਹ ਕਿਤੇ ਖੁੱਲ੍ਹ ਕੇ ਇਸ ਸੰਸਾਰ ਨੂੰ ਨੁਕਸਾਨ ਨਾ ਪਹੁੰਚਾਉਣ। ਇਸੇ ਪ੍ਰਕਾਰ ਇਸ ਮਨ ਦੇ ਉੱਤੇ ਮਾਇਆ ਦਾ ਜਿੰਦਰਾ ਲੱਗਾ ਹੋਇਆ ਹੈ। ਗੁਰੂ ਅੰਗਦ ਪਾਤਸ਼ਾਹ ਜੀ ਇਸ ਸ਼ਲੋਕ ਅੰਦਰ ਸਮਝਾਉਂਦੇ ਨੇ ਕਿ ਇਹ ਭਾਈ, ਜਿਸ ਤਰ੍ਹਾਂ ਮਨ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ, ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ। ਇਸ ਸਰੀਰ ਦੇ ਅੰਦਰ ਮਨ ਇੱਕ ਕੋਠਾ ਹੈ, ਇਸ ਨੂੰ ਜਿੰਦਰਾ ਵੱਜਾ ਹੋਇਆ ਹੈ। ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ, ਅਵਰ ਨਾ ਕੁੰਜੀ ਹਾਥੇ। ਭਾਈ, ਇਸ ਮਨ ਦਾ ਹਨੇਰਾ ਦੂਰ ਕਰਨ ਵਾਸਤੇ, ਇਸ ਤੋਂ ਮਾਇਆ ਦਾ ਪ੍ਰਭਾਵ ਛਡਾਉਣ ਵਾਸਤੇ
ਗੁਰੂ ਰੂਪੀ ਕੁੰਜੀ ਭਾਵ ਗੁਰੂ ਦਾ ਗਿਆਨ ਲੈ ਕੇ ਇਸ ਸੰਸਾਰ ਦੇ ਅੰਦਰ ਤੂੰ ਆਪਣੇ ਮਨ ਨੂੰ ਅਗਿਆਨਤਾ ਦੇ ਹਨੇਰੇ ਤੋਂ ਦੂਰ ਕਰ ਸਕਦਾ ਹੈ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਇਹ ਭਾਈ ਤੂੰ ਗੁਰੂ ਦੇ ਚਰਨਾਂ ਵਿੱਚ ਆ, ਗੁਰੂ ਦੀ ਓਟ, ਗੁਰੂ ਦਾ ਆਸਰਾ ਤੱਕ, ਕਿਉਂਕਿ ਇਸ ਸੰਸਾਰ ਦੇ ਅੰਦਰ ਜਦੋਂ ਤੂੰ ਗੁਰੂ ਦਾ ਆਸਰਾ ਤੱਕਦਾ ਹੈ ਤਾਂ ਹੀ ਉਹ ਤੇਰੇ ਮਨ ਦੇ ਅੰਦਰੋਂ ਭਰਮ, ਭੁਲੇਖੇ, ਅਗਿਆਨਤਾ ਦੂਰ ਹੁੰਦੀ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਹੇ ਭਾਈ ਇਸ ਸੰਸਾਰ ਦੇ ਅੰਦਰ ਗੁਰੂ ਦੇ ਕੋਲ ਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਲੱਗ ਕੇ ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਗਿਆਨ, ਕਿਉਂਕਿ ਗੁਰੂ ਹੈ ਹੀ ਗਿਆਨ ਦਾ ਸੋਮਾ। ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਤਿਹਾਸ ਦੀ ਰਚਨਾ ਕੀਤੀ, ਭਾਈ ਸੰਤੋਖ ਸਿੰਘ ਚੂੜਾਮਣੀ, ਉਹਨਾਂ ਵੱਲੋਂ ਪਾਵਨ ਗ੍ਰੰਥ ਦੇ ਅੰਦਰ ਸੂਰਜ ਪ੍ਰਕਾਸ਼ ਦੇ ਅੰਦਰ ਸਮਝਾਉਣ ਦਾ ਯਤਨ ਕੀਤਾ ਹੈ ਔਰ ਗੁਰੂ ਪਦ ਦੇ ਅਰਥ ਕੀਤੇ ਹਨ। ਗੋਮਿੰਜ ਅਗਿਆਨਤਾ, ਹਨੇਰਾ ਔਰ ਰੂਮਿੰਜ ਪ੍ਰਕਾਸ਼, ਚਾਨਣ। ਇਸ ਸੰਸਾਰ ਦੇ ਅੰਦਰ ਅਸਲ ਵਿੱਚ ਗੁਰੂ ਹੋਏ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਗਿਆਨ ਦਾ ਪ੍ਰਕਾਸ਼ ਕਰ ਦੇਵੇ। ਇਸੇ ਲਈ ਇਸ ਸੰਸਾਰ ਦੇ ਅੰਦਰ ਭੱਟ ਸਾਹਿਬਾਨਾਂ ਨੇ ਗੁਰੂ ਤੋਂ ਬਾਅਦ ਹਨੇਰਾ ਹੀ ਹਨੇਰਾ ਦਰਸਾਇਆ ਹੈ। ਭੱਟ ਨਲ ਜੀ ਆਪਣੇ ਪਾਵਨ ਸ਼ਬਦ ਦੇ ਅੰਦਰ ਸਾਨੂੰ ਗੁਰੂ ਦੀ ਉਸਤਤ ਕਰਦੇ ਹੋਏ ਫਰਮਾਉਂਦੇ ਹਨ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁਨ, ਅਗਨ ਕਟੇ ਸਭ ਤੇਰੇ। ਗੁਰ ਨਾਇਣ ਬਾਇਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕੇ ਅਥ ਸੰਸਾਰ ਮੇਂ। ਉਹਦਾ ਆਇਆ ਹੋਇਆ ਵਿਅਰਥ ਹੈ ਸੰਸਾਰ ਦੇ ਅੰਦਰ ਜਿਹਨੇ ਗੁਰੂ ਧਾਰਨ ਨਹੀਂ ਕੀਤਾ। ਜਿਹੜਾ ਮਨੁੱਖ ਇਸ ਸੰਸਾਰ ਦੇ ਅੰਦਰ ਆਣ ਕੇ ਮਾਇਆ ਦੇ ਪ੍ਰਭਾਵ ਹੇਠ ਆਣ ਕੇ ਆਪਣਾ ਜੀਵਨ ਬਤੀਤ ਕਰਦਾ ਹੈ, ਉਹਦਾ ਆਉਣਾ ਵਿਅਰਥ ਹੈ। ਜਿਸ ਮਨੁੱਖ ਨੇ ਗੁਰੂ ਧਾਰਨ ਨਹੀਂ ਕੀਤਾ, ਉਹਦਾ ਇਸ ਸੰਸਾਰ 'ਤੇ ਗੁਰੂ ਤੋਂ ਬਗੈਰ ਹਨੇਰਾ ਹੀ ਹਨੇਰਾ ਹੈ। ਚਾਨਣ ਤਦ ਹੁੰਦਾ ਹੈ ਜਦੋਂ ਉਹ ਗੁਰੂ ਨੂੰ ਧਾਰਨ ਕਰਦਾ ਹੈ। ਅਸੀਂ ਇਤਿਹਾਸ ਵੱਲ ਨਿਗਾਹ ਮਾਰੀਏ, ਇਤਿਹਾਸ ਵੱਲ ਝਾਤੀ ਮਾਰੀਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਦੇ ਅੰਦਰ ਪ੍ਰਕਾਸ਼ ਹੁੰਦਾ ਹੈ। ਅਸੀਂ ਜਦੋਂ ਵੀ ਉਹਨਾਂ ਦੇ ਜੀਵਨ ਕਾਲ ਵੱਲ ਝਾਤੀ ਮਾਰਦੇ ਹਾਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰੋਂ ਭਾਈ ਗੁਰਦਾਸ ਜੀ ਉਹਨਾਂ ਪ੍ਰਥਾਏ ਬੜਾ ਸੁੰਦਰ ਬਚਨ ਅਲਾਪਦੇ ਨੇ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ, ਜਗ ਚਾਨਣ ਹੋਆ। ਹੈ ਭਾਈ ਅਸਲ ਵਿੱਚ ਉਹ ਸਤਿਗੁਰੂ, ਜਿਸ ਸਤਿਗੁਰੂ ਦੀ ਅਸੀਂ ਪਹਿਲਾਂ ਵੀ ਸ਼ਲੋਕ ਦੇ ਅੰਦਰ ਪਾਵਨ ਬਚਨ ਸਰਵਣ ਕੀਤਾ ਹੈ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਇਹ ਭਾਈ ਉਹ ਸਤਿਗੁਰੂ ਇਸ ਸੰਸਾਰ ਦੇ ਉੱਤੇ ਪ੍ਰਗਟ ਹੋਇਆ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਇਸ ਸੰਸਾਰ ਦੇ ਅੰਦਰ ਗਿਆਨ ਦੀ ਰੋਸ਼ਨੀ ਵੰਡਦਿਆਂ ਹੋਇਆਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਾਲ ਅਵਸਥਾ ਵਿੱਚ ਵੀ ਚੁੰਝ ਕਰਦੇ ਹਨ। ਅਨੇਕਾਂ ਚੋਜ ਆਏ, ਅਸੀਂ ਉਹਨਾਂ ਚੋਜਾਂ ਦੇ ਅੰਦਰੋਂ ਯਤਨ ਕਰੀਏ। ਉਹਨਾਂ ਦੇ ਦਿੱਤੀ ਹੋਈ ਸਿੱਖਿਆ ਬਚਪਨ ਦੇ ਵਿੱਚ ਜਦੋਂ ਘਰ ਦੇ ਵਿੱਚ ਬਾਲਕ ਨਾਨਕ ਖੇਡਦਾ ਹੈ, ਆਪਣੇ ਘਰ ਦੇ ਅੰਦਰੋਂ ਦਹਲੀਜ਼ਾਂ ਤੱਕ ਅੱਪੜਦਾ ਹੈ। ਦਹਲੀਜ਼ ਦੇ ਉੱਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਖੜ੍ਹ ਕੇ ਕਦੇ ਸੱਜੇ ਦੇਖਦੇ ਹਨ, ਕਦੇ ਖੱਬੇ ਦੇਖਦੇ ਹਨ। ਖਿਆਲ ਜਾਣਿਓ ਸੱਜੇ ਖੱਬੇ ਵੇਖਦਿਆਂ ਕੋਈ ਨਜ਼ਰ ਨਹੀਂ ਆਉਂਦਾ। ਅਖੀਰ ਇਹ ਕੰਨਾਂ ਦੇ ਵਿੱਚ ਆਵਾਜ਼ ਪਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ। ਜਦੋਂ ਕੰਨਾਂ ਦੇ ਵਿੱਚ ਆਵਾਜ਼ ਪਈ ਹੈ, ਸੱਜੇ ਪਾਸੇ ਮੁੜ ਕੇ ਤੱਕਦੇ ਨੇ। ਇੱਕ ਛੋਟਾ ਜਿਹਾ ਬਾਲਕ ਆਪਣੇ ਮੋਢਿਆਂ ਦੇ ਉੱਤੇ ਇੱਕ ਸਾਜ਼ ਲਈ ਤੁਰਿਆ ਆਉਂਦਾ ਹੈ। ਬੜੀ ਮਿੱਠੀ ਮਿੱਠੀ ਧੁਨ ਹੈ। ਮਿੱਠੀ ਧੁਨ ਦੇ ਵਿੱਚ ਮਗਨ ਹੋ ਗਏ ਧੰਨ ਗੁਰੂ ਨਾਨਕ ਪਾਤਸ਼ਾਹ ਜੀ। ਬਾਲਕ ਨੇੜੇ ਆਉਂਦਾ ਹੈ, ਕੰਨਾਂ ਦੇ ਵਿੱਚ ਹੋਰ ਆਵਾਜ਼ ਗੂੰਜਦੀ ਹੈ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਰਤਾਰ ਦੀ ਜੋਤ, ਰੱਬੀ ਜੋਤ, ਉਸ ਸੰਗੀਤ ਦੇ ਵਿੱਚ ਮਗਨ ਹੋ ਕੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਧਿਆਨ ਜੋੜ ਲੈਂਦੇ ਹਨ। ਖਿਆਲ ਜਾਣਿਓ ਜਦੋਂ ਧਿਆਨ ਜੁੜਦਾ ਹੈ, ਬਾਲਕ ਸਾਹਮਣਿਓਂ ਦੀ ਲੰਘਦਾ ਹੈ। ਦਰਵਾਜ਼ੇ ਦੇ ਉੱਤੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪਣਾ ਕਦਮ ਪੁੱਟ ਕੇ, ਖਿਆਲ ਜਾਣਿਓ ਜਦੋਂ ਭਾਈ ਉਸ ਬੱਚੇ ਦੇ ਮਗਰ ਤੁਰਦੇ ਨੇ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇੰਨੇ ਮਗਨ ਹੋਏ ਨੇ,
ਉਹਨਾਂ ਨੂੰ ਪਤਾ ਨਹੀਂ ਚੱਲਦਾ। ਬਾਲਕ ਵੀ ਅੱਗੇ ਅੱਗੇ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੀ ਪਿੱਛੇ ਪਿੱਛੇ ਹਨ। ਜਦੋਂ ਚੱਲਦੇ ਗਏ ਅਖੀਰ ਉਸ ਬਾਲਕ ਦਾ ਘਰ ਆਉਂਦਾ ਹੈ। ਮਾਂ ਕੀ ਤੱਕਦੀ ਹੈ, ਪਿੱਛੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਟਵਾਰੀ ਦਾ ਪੁੱਤਰ ਆ ਰਿਹਾ ਹੈ। ਮਾਂ ਹੈਰਾਨ ਹੈ ਔਰ ਮਾਂ ਨੇ ਆਪਣੇ ਬਾਲਕ ਨੂੰ ਝਿੜਕਿਆ, ਉਹ ਮਰਦਾਨਿਆ ਤੈਨੂੰ ਸਮਝ ਨਹੀਂ ਲੱਗੀ, ਤੂੰ ਪਟਵਾਰੀ ਦੇ ਮੁੰਡੇ ਨੂੰ ਆਪਣੇ ਪਿੱਛੇ ਲੈ ਆਇਆ, ਤੈਨੂੰ ਪਤਾ ਨਹੀਂ ਇਹ ਪਟਵਾਰੀ ਦਾ ਪੁੱਤਰ ਹੈ। ਮਾਂ ਦੇ ਅੱਗੇ ਬੜੀ ਨਿਮਰਤਾ ਦੇ ਨਾਲ ਬਾਲਕ ਮਰਦਾਨੇ ਨੇ ਆਖਿਆ, ਮਾਂ ਮੈਨੂੰ ਨਹੀਂ ਪਤਾ ਚੱਲਿਆ, ਮੈਂ ਆਪਣੇ ਸਾਜ਼ ਵਿੱਚ ਮਗਨ ਸਾਂ, ਮੈਂ ਇਸ ਸਾਜ਼ ਨੂੰ ਵਜਾਉਂਦਾ ਆ ਰਿਹਾ ਹਾਂ। ਉਸੇ ਸਮੇਂ ਮਾਂ ਨੇ ਝਿੜਕਿਆ ਅਤੇ ਇਹ ਗੱਲ ਆਖੀ, ਬਾਲਕ ਤੂੰ ਆਪਣੀ ਉਂਗਲ ਫੜਾ ਕੇ ਇਸ ਬਾਲਕ ਨੂੰ, ਪਟਵਾਰੀ ਦੇ ਪੁੱਤਰ ਨੂੰ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹਨਾਂ ਦੇ ਘਰ ਵਿੱਚ ਛੱਡ ਕੇ ਆ। ਉਸ ਸਮੇਂ ਭਾਈ ਮਰਦਾਨੇ ਨੇ ਆਪਣੀ ਉਂਗਲ ਫੜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਇਆ। ਦਹਲੀਜ਼ਾਂ ਦੇ ਅੰਦਰ ਵਾੜ ਕੇ ਮਾਂ ਤ੍ਰਿਪਤਾ ਨੂੰ ਨਾਨਕ ਬਾਲਕ ਦੀ ਉਂਗਲ ਪਕੜਾ ਕੇ ਭਾਈ ਮਰਦਾਨਾ ਜੀ ਪਿਛਾਂਹ ਆ ਗਏ। ਅੱਜ ਐਸਾ ਸਮਾਂ ਬਣਿਆ, ਗੁਰੂ ਨਾਨਕ ਪਾਤਸ਼ਾਹ ਜੀ ਉਸ ਧੁਨ ਦੇ ਵਿੱਚ ਇੰਨਾ ਮਗਨ ਹੋਏ, ਭਾਈ ਮਰਦਾਨੇ ਨੂੰ ਆਪਣੇ ਨਾਲ ਲਿਆ। ਸਾਰੀਆਂ ਯਾਤਰਾਵਾਂ ਦੇ ਦੌਰਾਨ ਜਿੰਨੀਆਂ ਵੀ ਪ੍ਰਚਾਰਕ ਫੇਰੀਆਂ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਆਖਦੇ ਹਾਂ, ਉਹਨਾਂ ਦੇ ਦੌਰਾਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਥ ਭਾਈ ਮਰਦਾਨਾ ਜੀ ਨਾਲ ਰਹੇ। ਭਾਈ ਮਰਦਾਨਾ ਜੀ ਰਬਾਬ ਛੇੜਦੇ ਸਨ। ਅਕਾਲ ਪੁਰਖ ਦੀ ਬਾਣੀ ਆਉਂਦੀ ਸੀ, ਉਹ ਧੁਰ ਕੀ ਬਾਣੀ ਜਿਹਨੇ ਸਾਰੇ ਜਗਤ ਨੂੰ ਉਧਾਰਿਆ, ਗਿਆਨ ਦੀ ਰੋਸ਼ਨੀ ਵੰਡੀ। ਅੱਜ ਭਾਈ ਮਰਦਾਨਾ ਜੀ ਉਹ ਘੜੀ ਆਈ ਅਖੀਰਲੇ ਸਮੇਂ ਦੇ ਉੱਤੇ, ਜਦੋਂ ਅਕਾਲ ਚਲਾਣਾ ਕਰਨਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਵਿੱਚ ਨੇ। ਅੱਜ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਸੇਵਕ ਨੂੰ ਆਪਣੀ ਗੋਦ ਵਿੱਚ ਪਿਆ ਦੇਖ ਕੇ ਭਾਈ ਮਰਦਾਨੇ ਨੂੰ ਆਖਦੇ ਨੇ, ਮਰਦਾਨਿਆਂ ਕੁਝ ਮੰਗ। ਭਾਈ ਮਰਦਾਨਾ ਜੀ ਬੜੇ ਸ਼ਾਂਤ ਸੁਭਾਅ ਦੇ ਨਾਲ ਗੁਰੂ ਦੀ ਗੋਦ ਵਿੱਚ ਲੇਟੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਆਪਣੇ ਮੁਖਾਰ ਬਿੰਦ ਤੋਂ ਬਚਨ ਉਲਾਪੇ, ਭਾਈ ਮਰਦਾਨਿਆਂ ਕੁਝ ਤੇ ਮੰਗ। ਭਾਈ ਮਰਦਾਨਾ ਜੀ ਆਖਦੇ, ਪਾਤਸ਼ਾਹ ਕੀ ਮੰਗਾਂ, ਮੇਰੇ ਕੋਲ ਮੰਗਣ ਵਾਸਤੇ ਕੁਝ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ, ਸੰਸਾਰਕ ਯਾਤਰਾ ਪੂਰੀ ਕੀਤੀ ਹੈ, ਕੁਝ ਤੇ ਮੰਗ ਕੇ ਜਾ। ਭਾਈ ਮਰਦਾਨਾ ਜੀ ਫਿਰ ਆਖਦੇ ਨੇ, ਪਾਤਸ਼ਾਹ ਮੇਰੇ ਕੋਲ ਮੰਗਣ ਨੂੰ ਕੁਝ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਆਖਿਆ, ਮਰਦਾਨਿਆਂ ਤੇਰੇ ਨਾਂ ਦੇ ਉੱਤੇ ਕੋਈ ਧਰਮਸ਼ਾਲਾ ਬਣਾ ਦਈਏ। ਇਸ ਤਰ੍ਹਾਂ ਦੇ ਕਈ ਸਵਾਲ ਜਵਾਬ ਹੋਏ। ਭਾਈ ਮਰਦਾਨਾ ਜੀ ਨੇ ਆਖਿਆ, ਪਾਤਸ਼ਾਹ ਮੇਰੇ ਮਨ ਦੀ ਇੱਛਾ ਕੋਈ ਨਹੀਂ। ਅਖੀਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਪਿਆਰ ਦੇ ਨਾਲ ਸਿਰ 'ਤੇ ਹੱਥ ਫੇਰਦਿਆਂ ਆਖਿਆ, ਮਰਦਾਨਿਆਂ ਕੁਝ ਨਾ ਕੁਝ ਤੇ ਮੰਗ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਅੱਖਾਂ ਵੱਲ ਤੱਕ ਕੇ ਭਾਈ ਮਰਦਾਨੇ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਆਖਦੇ ਨੇ, ਪਾਤਸ਼ਾਹ ਸਾਰੀ ਉਮਰ ਮੈਂ ਆਪ ਜੀ ਦੇ ਨਾਲ ਸੇਵਾ ਕੀਤੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਬਾਣੀ ਮੇਰੇ ਕੰਨਾਂ ਦੇ ਵਿੱਚ ਪਈ ਹੈ। ਮੇਰੀ ਮੰਗਣ ਦੀ ਇੱਛਾ ਨਹੀਂ, ਪਰ ਫਿਰ ਵੀ ਜੇ ਕੁਝ ਤਰੁੱਠੇ ਹੋ, ਦੇਣ ਲੱਗੇ ਹੋ, ਕਿਰਪਾ ਕਰੋ। ਇੱਕ ਸਮਾਂ ਯਾਦ ਕਰਿਓ, ਬਚਪਨ ਦੇ ਵਿੱਚ ਜਦੋਂ ਤੁਸੀਂ ਮੇਰੇ ਇਸ ਸਾਜ਼ ਨੂੰ ਸੁਣ ਕੇ, ਇਸ ਰਬਾਬ ਨੂੰ ਸੁਣ ਕੇ ਮੇਰੇ ਮਗਰ ਚੱਲ ਕੇ ਆਏ ਸੀ, ਮੇਰੀ ਮਾਂ ਨੇ ਝਿੜਕਿਆ ਸੀ। ਉਸ ਸਮੇਂ ਮੇਰੇ ਕੋਲ ਛੋਟੀ ਜਿਹੀ ਤਾਕਤ ਸੀ, ਮੈਂ ਤੁਹਾਨੂੰ ਉਂਗਲੀ ਪਕੜਾ ਕੇ ਤੁਹਾਡੇ ਘਰ ਵਿੱਚ ਛੱਡ ਕੇ ਆਇਆ ਸੀ। ਮੇਰੇ ਪਾਤਸ਼ਾਹ ਕਿਰਪਾ ਕਰਿਓ, ਅੱਜ ਆਪਣੀ ਉਂਗਲ ਮੈਨੂੰ ਪਕੜਾ ਕੇ ਆਪਣੇ ਚਰਨਾਂ ਵਿੱਚ ਨਿਵਾਸ ਦੇ ਦਿਓ, ਮੈਂ ਕਦੇ ਤੁਹਾਡੇ ਤੋਂ ਵਿਛੜਾ ਨਾ। ਖਿਆਲ ਜਾਣਿਓ ਐਸਾ ਗੁਰੂ ਹੈ ਜੋ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਖਿਆਲ ਜਾਣਿਓ ਉਹ ਗੁਰੂ ਆਪਣੇ ਸਿੱਖ ਨੂੰ, ਆਪਣੇ ਸੇਵਕ ਨੂੰ ਇੰਨਾ ਪਿਆਰ ਕਰਦਾ ਹੈ, ਜਿੰਨਾ ਇਸ ਸੰਸਾਰ ਦੇ ਅੰਦਰ ਕੋਈ ਵੀ ਐਸਾ ਗੁਰੂ ਪੈਗੰਬਰ ਨਹੀਂ ਹੋਇਆ ਜਿਹੜਾ ਆਪਣੇ ਸਿੱਖ ਨੂੰ ਇੰਨਾ ਪਿਆਰ ਕਰਦਾ ਹੋਵੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਨੇ ਗੱਲ ਬੱਕੜੀ ਦੇ ਵਿੱਚ ਲੈ ਕੇ ਆਖਿਆ, ਮਰਦਾਨਿਆਂ
ਤੂੰ ਮੰਗਿਆ ਹੀ ਬੜਾ ਛੋਟਾ ਜਿਹਾ, ਇਹ ਤੇ ਮੰਗ ਹੀ ਕੁਝ ਨਹੀਂ ਹੈ। ਗੁਰੂ ਰਹਿਮਤ ਕਰੇ, ਤੂੰ ਸਦਾ ਹੀ ਸਾਡੇ ਨਾਲ ਰਹੇ। ਖਿਆਲ ਜਾਣਿਓ, ਗੁਰੂ ਨਾਨਕ ਪਾਤਸ਼ਾਹ ਜੀ ਨੇ ਰਹਿਮਤ ਕੀਤੀ। ਇਸ ਸੰਸਾਰ ਦੇ ਅੰਦਰ ਧੁਰਕੀ ਬਾਣੀ ਦਾ ਅਲਾਪ ਹੋਇਆ। ਗੁਰੂ ਦਾ ਰੁਤਬਾ ਕੀ ਹੈ, ਅਸੀਂ ਸੁਖਮਣੀ ਪੜ੍ਹਦੇ ਹਾਂ। ਸਤਿਗੁਰੂ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਖਿਆਲ ਜਾਣਿਓ, ਗੁਰੂ ਹਮੇਸ਼ਾ ਆਪਣੇ ਸ਼ਿਸ਼ ਦੇ ਉੱਤੇ ਕਿਰਪਾ ਕਰਦਾ ਹੈ। ਇਸੇ ਕਰਕੇ ਧੰਨ ਗੁਰੂ ਅੰਗਦ ਪਾਤਸ਼ਾਹ ਜੀ, ਉਹਨਾਂ ਨੇ ਫਰਮਾਨ ਕੀਤਾ ਹੈ ਕਿ ਇਸ ਸੰਸਾਰ ਦੇ ਅੰਦਰ ਜੇ 100 ਚੰਦਾ ਉਗਵੈ, ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਗੁਰੂ ਤੋਂ ਬਗੈਰ ਹਨੇਰਾ ਹੈ। ਭਾਈ ਲਹਿਣਾ ਜੀ ਇਹ ਜਾਣਦੇ ਨੇ, ਕਿਉਂਕਿ ਆਪਣੀ ਜੀਵਨ ਕਾਲ ਦੌਰਾਨ ਵੈਸ਼ਨੋ ਦੇਵੀ 'ਤੇ ਯਾਤਰਾ ਕਰਦੇ ਕਰਦੇ ਥੱਕ ਚੁੱਕੇ ਨੇ। ਮਨ ਦੇ ਅੰਦਰ ਉਹ ਤਸੱਲੀ ਨਹੀਂ, ਮਨ ਦੇ ਅੰਦਰ ਉਹ ਸ਼ਾਂਤੀ ਨਹੀਂ। ਅੱਜ ਪਤਾ ਚੱਲਿਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ। ਖਿਆਲ ਜਾਣਿਓ, ਜਦੋਂ ਪਤਾ ਚੱਲਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਦੇ ਹੋ ਗਏ। ਇੰਨਾ ਪਿਆਰ ਬਣਿਆ ਗੁਰੂ ਦੀ ਬਾਣੀ, ਗੁਰੂ ਦੇ ਉਪਦੇਸ਼ਾਂ ਦੇ ਉੱਤੇ ਕਿ ਪਤਾ ਨਹੀਂ ਚੱਲਦਾ ਕਿ ਮੈਂ ਆਪਣੇ ਘਰ ਤੋਂ ਦੂਰ ਹਾਂ। ਗੁਰੂ ਨੇ ਇੰਨਾ ਪਿਆਰ ਦਿੱਤਾ, ਅੱਜ ਭਾਈ ਲਹਿਣੇ ਤੋਂ ਗੁਰੂ ਅੰਗਦ ਬਣਾ ਦਿੱਤਾ। ਕਹਿਣ ਤੋਂ ਭਾਵ ਇਹ ਹੈ, ਗੁਰੂ ਹਮੇਸ਼ਾ ਹੀ ਆਪਣੇ ਸਿੱਖ 'ਤੇ ਦਿਆਲੂ ਹੈ। ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਭੱਟ ਸਾਹਿਬਾਨਾਂ ਦੇ ਸਵਈਆਂ ਅੰਦਰੋਂ ਜਦੋਂ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਗੁਰੂ ਉਸਤਤ ਦੇ ਵਿੱਚ ਭੱਟ ਮਥੁਰਾ ਜੀ ਆਪਣਾ ਸਵਈਆ ਅਲਾਪਦੇ ਹੋਏ ਫਰਮਾਨ ਕਰਦੇ ਹਨ ਕਿ ਹੇ ਭਾਈ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅਕਾਲ ਪੁਰਖ ਦੀ ਜੋਤ ਸਨ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ। ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਵਾਨ ਪੁਰਖ ਗੁਰ ਪਿੱਖੋ ਅਰਜਨ ਨੈਣ। ਹੇ ਭਾਈ, ਖਿਆਲ ਜਾਣਿਓ, ਭੱਟ ਮਥੁਰਾ ਜੀ ਦੀਆਂ ਨਜ਼ਰਾਂ ਦੇ ਨਾਲ ਤੱਕੀਏ, ਇਸ ਸੰਸਾਰ ਦੇ ਅੰਦਰ ਅਕਾਲ ਪੁਰਖ ਦੀ ਜੋਤ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਜਿਨ੍ਹਾਂ ਨੇ ਜਗਤ ਦਾ ਕਲਿਆਣ ਕੀਤਾ, ਜਗਤ ਨੂੰ ਗਿਆਨ ਦੀ ਰੋਸ਼ਨੀ ਦੇ ਅੰਦਰ ਜਿਉਣਾ ਸਿਖਾਇਆ, ਜਗਤ ਦੇ ਅੰਦਰ ਗਿਆਨ ਵੰਡਿਆ। ਅਤੇ ਉਸੇ ਤਰ੍ਹਾਂ ਹੀ ਇਸ ਸੰਸਾਰ ਦੇ ਅੰਦਰ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਭਾਈ ਲਹਿਣਾ ਦੇ ਰੂਪ ਵਿੱਚੋਂ ਕੱਢ ਕੇ ਆਪਣਾ ਅੰਗ ਬਣਾ ਕੇ ਆਪਣੀ ਜੋਤ ਗੁਰੂ ਅੰਗਦ ਪਾਤਸ਼ਾਹ ਜੀ ਦੇ ਵਿੱਚ ਟਿਕਾਈ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਇਹ ਭਾਈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਆਪਣੀ ਜੋਤ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਦੇ ਵਿੱਚ ਟਿਕਾ ਕੇ ਉਸੇ ਪ੍ਰਕਾਰ ਉਸੇ ਜੁਗਤੀ ਦੇ ਨਾਲ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਅੰਦਰ ਪ੍ਰਚਾਰ ਕੀਤਾ। ਉਸੇ ਪ੍ਰਕਾਰ ਹੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਜਿਨ੍ਹਾਂ ਦੇ ਪ੍ਰਥਾਏ ਅਸੀਂ ਪੜ੍ਹਦੇ ਹਾਂ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ। ਬੱਧਹੁ ਪੁਰਖ ਵਿਧਾਤੇ ਤਾਤੂ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਖਿਆਲ ਜਾਣਿਓ, ਇਸ ਸੰਸਾਰ ਦੇ ਅੰਦਰ ਉਹੀ ਜੁਗਤੀ ਦੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪ੍ਰਚਾਰ ਕੀਤਾ, ਉਸੇ ਜੁਗਤੀ ਦੇ ਨਾਲ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ। ਇਹ ਕੇਵਲ ਉਹੀ ਜੁਗਤੀ, ਉਹੀ ਜੋਤ ਇਸ ਸੰਸਾਰ ਦੇ ਅੰਦਰ ਪਸਰਦੀ ਰਹੀ। ਇਹੀ ਫਿਤਰਤ ਹੈ ਸੱਚੇ ਗੁਰੂ ਦੀ, ਗਿਆਨ ਗੁਰੂ ਦੀ, ਜਿਸ ਰਾਹੀਂ ਇਸ ਸੰਸਾਰ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਸਾਰਾ ਕੀਤਾ। ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਸ ਸੰਸਾਰ ਦੇ ਉੱਤੇ ਸਿੱਧਾ ਨੇ ਪ੍ਰਸ਼ਨ ਕੀਤਾ ਕਿ ਤੁਹਾਡਾ ਗੁਰੂ ਕੌਣ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਿਗਿਆਨ ਨੂੰ ਗੁਰੂ ਮੰਨਿਆ, ਸ਼ਬਦ ਨੂੰ ਗੁਰੂ ਮੰਨਿਆ। ਜਦੋਂ ਸਿੱਧਾ ਨੇ ਸਵਾਲ ਕੀਤਾ ਕਿ ਬਾਲਕ ਤੇਰਾ ਗੁਰੂ ਕੌਣ ਹੈ, ਸਿੱਧ ਗੋਸ਼ਟ ਬਾਣੀ ਅੰਦਰ ਅਸੀਂ ਪੜ੍ਹਦੇ ਹਨ, ਉਸੇ ਬਾਣੀ ਦੇ ਰਾਹੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ। ਉਹਨਾਂ ਸਿੱਧਾਂ ਨੂੰ
ਉਸ ਸਵਾਲ ਦਾ ਜਵਾਬ ਦਿੱਤਾ ਕਿ ਇਸ ਸੰਸਾਰ ਦੇ ਅੰਦਰ ਮੇਰਾ ਗੁਰੂ ਕੇਵਲ ਸ਼ਬਦ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਤੱਕ ਮਨੁੱਖ ਸ਼ਬਦ ਦੇ ਰਾਹੀਂ ਆਪਣੀ ਸੁਰਤ ਨੂੰ ਜੋੜੇਗਾ, ਸੁਰਤ ਨੂੰ ਉੱਚਾ ਕਰੇਗਾ, ਮਨ ਦੇ ਅੰਦਰ ਭਰੀ ਹੋਈ ਮੈਲ, ਉਹੀ ਮੈਲ ਜਿਸ ਮੈਲ ਕਾਰਨ ਇਹ ਮਨ ਕਾਲਾ ਹੈ, ਇਹ ਮਨ ਕਪਟੀ ਹੈ, ਦੰਭੀ ਹੈ, ਪਖੰਡੀ ਹੈ, ਉਸੇ ਮਨ ਨੂੰ ਇਸ ਗਿਆਨ ਦੇ ਨਾਲ ਧੋਇਆ ਜਾ ਸਕਦਾ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਨਾ ਕਿ ਹੇ ਭਾਈ, ਇਹ ਮਨ ਬੜਾ ਦੰਭੀ ਪਖੰਡੀ ਹੈ। ਇਹ ਹਮੇਸ਼ਾ ਕਦੇ ਉਤਰਾਅ ਵੱਲ, ਕਦੇ ਚੜ੍ਹਾਅ ਵੱਲ, ਭਾਵ ਇਹ ਆਸੇ ਪਾਸੇ ਦੌੜਦਾ ਫਿਰਦਾ ਹੈ। ਇਸੇ ਆਸੇ ਪਾਸੇ ਦੀ ਦੌੜ ਵਿੱਚ ਇਸ ਸੰਸਾਰ ਵਿੱਚ ਇਹ ਖਚਿਤ ਹੋਇਆ ਪਿਆ ਹੈ। ਪਰ ਇਸ ਸੰਸਾਰ ਅੰਦਰ ਰਹਿੰਦਿਆਂ ਹੋਇਆਂ ਜਿਸ ਮਨੁੱਖ ਨੇ ਗਿਆਨ ਦਾ ਸਹਾਰਾ ਲੈ ਲਿਆ, ਸ਼ਬਦ ਗੁਰੂ ਨੂੰ ਧਾਰਨ ਕਰਕੇ, ਸ਼ਬਦ ਦੀ ਟੇਕ ਲੈ ਕੇ ਆਪਣੇ ਜੀਵਨ ਵਿੱਚ ਇਸ ਸੁਰਤ ਨੂੰ ਧਿਆਨ ਦੇ ਵਿੱਚ ਟਿਕਾ ਲਿਆ, ਅਤੇ ਗੁਰੂ ਕੇ ਪਿਆਰਿਓ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਦੋਂ ਅਸੀਂ ਬਚਨ ਪੜ੍ਹਦੇ ਹਨ, ਜਿਸ ਤਰ੍ਹਾਂ ਇਸ ਤਨ ਦੀ ਮੈਲ ਨੂੰ ਧੋਣ ਵਾਸਤੇ ਪਾਣੀ ਦੀ ਜ਼ਰੂਰਤ ਹੈ, ਕੱਪੜੇ ਦੇ ਉੱਤੇ ਲੱਗੀ ਹੋਈ ਮੈਲ ਨੂੰ ਧੋਣ ਵਾਸਤੇ ਸਾਬਣ ਦੀ ਜ਼ਰੂਰਤ ਹੈ, ਹੇ ਭਾਈ ਇਸੇ ਪ੍ਰਕਾਰ ਇਸ ਮਨ ਨੂੰ ਧੋਣ ਵਾਸਤੇ ਪਰਮਾਤਮਾ ਦੇ ਨਾਮ ਦੀ, ਗਿਆਨ ਦੀ ਜ਼ਰੂਰਤ ਹੈ। ਅਸੀਂ ਪੜ੍ਹਦੇ ਹਾਂ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਪਰ ਇਹ ਨਾਮ ਕੇਵਲ ਸੱਚਾ ਗੁਰੂ ਦੇ ਸਕਦਾ ਹੈ, ਜਿਸ ਦੇ ਕੋਲ ਉਸ ਪਰਮਾਤਮਾ ਦੀ ਆਰੰਭ ਵਿੱਚ ਅਸੀਂ ਸ਼ਬਦ ਪੜ੍ਹਿਆ ਸੀ, ਸ਼ਲੋਕ ਪੜ੍ਹਿਆ ਸੀ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰਿ ਗੁਣ ਗਾਓ। ਐਸੇ ਗੁਰੂ ਦੇ ਕੋਲੋਂ ਹੀ ਕੇਵਲ ਗਿਆਨ ਮਿਲ ਸਕਦਾ ਹੈ, ਜਿਸ ਗਿਆਨ ਦੇ ਰਾਹੀਂ ਇਸ ਸੰਸਾਰ ਦੇ ਅੰਦਰ ਸੰਘਣੀ ਧੁੰਦ ਦੇ ਵਿੱਚੋਂ ਮਨੁੱਖ, ਭਾਵ ਅਗਿਆਨਤਾ ਦੇ ਵਿੱਚੋਂ ਨਿਕਲ ਕੇ ਗਿਆਨ ਦੇ ਵਿੱਚ ਸਮਾਇਆ। ਉਸ ਗਿਆਨ ਦੇ ਰਾਹੀਂ ਹੀ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਦੇ ਗੁਣ ਗਾਏ, ਪ੍ਰਭੂ ਦਾ ਸਿਮਰਨ ਕੀਤਾ, ਰੱਬ ਦੀ ਬੰਦਗੀ ਕੀਤੀ। ਰੱਬ ਦੀ ਬੰਦਗੀ ਕਰਦਿਆਂ ਕਰਦਿਆਂ ਇਸ ਸੰਸਾਰ ਦੇ ਵਿੱਚ ਪਿੰਡੇ ਉੱਤੇ ਜੇਕਰ ਕਿਤੇ ਤਾਪ ਚੜ੍ਹਿਆ, ਦੁੱਖ ਆਇਆ, ਉਸ ਨੂੰ ਉਸ ਪਰਮਾਤਮਾ ਦਾ ਭਾਣਾ ਕਰਕੇ ਮੰਨਿਆ। ਇਹ ਕੇਵਲ ਜਿਸ ਗੁਰੂ ਨੇ ਸਾਨੂੰ ਇਹ ਗਿਆਨ ਦਾ ਦੀਵਾ ਦਿੱਤਾ, ਜਿਸ ਗੁਰੂ ਨੇ ਸਾਨੂੰ ਇਸ ਸ਼ਬਦ ਦੇ ਨਾਲ ਜੋੜਿਆ। ਇਸ ਕਰਕੇ ਹੀ ਭਾਈ ਇਸ ਸੰਸਾਰ ਦੇ ਅੰਦਰ ਇਸੇ ਲਈ ਗੁਰੂ ਤੋਂ ਉੱਚਾ ਹੋਰ ਕੋਈ ਨਹੀਂ। ਪਾਤਸ਼ਾਹ ਜੀ ਦਾ ਪਾਵਨ ਫਰਮਾਨ ਹੈ, ਮੇਰੇ ਮਨ ਗੁਰ ਜੀਵੜ ਅਵਰ ਨਾ ਕੋਏ। ਹੇ ਭਾਈ, ਗੁਰੂ ਤੋਂ ਵੱਡਾ, ਗੁਰੂ ਤੋਂ ਬਗੈਰ ਹੋਰ ਕੋਈ ਸੰਸਾਰ ਦੇ ਵਿੱਚ ਨਹੀਂ ਜੋ ਗਿਆਨ ਦੀ ਰੋਸ਼ਨੀ ਦੇ ਸਕੇ। ਦੂਜਾ ਥਾਉ ਨਾ ਕੋ ਸੁਝੈ। ਇਹ ਭਾਈ ਇਸ ਸੰਸਾਰ ਦੇ ਅੰਦਰ ਹੋਰ ਕੋਈ ਐਸਾ ਥਾਂ ਨਹੀਂ ਜਿਸ ਥਾਂ ਦੇ ਉੱਤੇ ਬਹਿ ਕੇ ਅਸੀਂ ਸੱਚ ਨਾਮ ਦੇ ਨਾਲ ਜੁੜ ਸਕੀਏ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਸਮਰੱਥ ਗੁਰੂ ਸਿਰ ਹੱਥ ਧਰਿਓ। ਪਾਵਨ ਗੁਰਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਦਰਜ ਭੱਟ ਸਾਹਿਬਾਨਾਂ ਦੀ ਬਾਣੀ ਦੇ ਅੰਦਰੋਂ ਫਰਮਾਨ ਹੈ ਕਿ ਇਸ ਸੰਸਾਰ ਦੇ ਉੱਤੇ ਜਦੋਂ ਪੂਰਾ ਗੁਰੂ ਸਿਰ 'ਤੇ ਹੱਥ ਰੱਖ ਦਿੰਦਾ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ। ਇਸ ਸੰਸਾਰ ਦੇ ਅੰਦਰ ਭਿਆਨਕ ਅੱਗ, ਮਾਇਆ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਉਹ ਕਦੇ ਵੀ ਜੀਵ ਨੂੰ ਪਾਉਂਦੀ ਨਹੀਂ, ਕਿਉਂਕਿ ਜਿਸ ਮਨੁੱਖ 'ਤੇ ਪੂਰਾ ਗੁਰੂ ਹੱਥ ਰੱਖ ਦਿੰਦਾ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਗੁਰੂ ਨੇ ਕਿਰਪਾ ਕੀਤੀ, ਪਰਮਾਤਮਾ ਦਾ ਨਾਮ ਬਖਸ਼ਿਸ਼ ਕੀਤਾ, ਪ੍ਰਭੂ ਦੀ ਬੰਦਗੀ ਬਖਸ਼ਿਸ਼ ਕੀਤੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ, ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਕੀਤੀ, ਪਰਮਾਤਮਾ ਦਾ ਨਾਮ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਹਰੀ ਦਾ ਨਾਮ ਦਿੱਤਾ। ਇਸ ਸੰਸਾਰ ਦੇ ਉੱਤੇ ਜਦੋਂ ਹਰੀ ਦਾ ਨਾਮ ਮਿਲਿਆ, ਜਿਸ ਦੇਖ ਚਰਨ ਅਗਨ ਹਰਿਓ, ਜਿਸ ਦੇ ਕਿਰਪਾ ਸਦਕਾ ਇਸ ਸੰਸਾਰ ਦੇ ਉੱਤੇ ਤ੍ਰਿਸ਼ਨਾ ਦੀ ਅੱਗ, ਉਹਦਾ ਹਨੇਰਾ ਦੂਰ ਹੋ ਗਿਆ, ਮਨੁੱਖ ਦੇ ਮਨ ਦੇ ਅੰਦਰ ਗਿਆਨ ਦੀ ਰੋਸ਼ਨੀ ਹੋਈ, ਗਿਆਨ ਜਾਗਿਆ।
ਗਿਆਨ ਦੇ ਸਹਾਰੇ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਮਾਂ ਤੈਅ ਕੀਤਾ। ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰੂ ਨੇ ਕਿਰਪਾ ਕੀਤੀ, ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ, ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਕੀਤੀ, ਕਿਉਂਕਿ ਗੁਰੂ ਹਮੇਸ਼ਾ ਹੀ ਦਇਆਵਾਨ ਹੈ। ਸਤਿਗੁਰੂ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣਿਆਰੇ। ਸਤਿਗੁਰੂ ਸਦਾ ਹੀ ਦਇਆ ਦਾ ਭੰਡਾਰਾ ਹੈ। ਸਾਡੇ ਮਨਾਂ ਵਿੱਚ ਕਈ ਵਾਰ ਖਿਆਲ ਆ ਜਾਂਦਾ ਹੈ ਕਿ ਅਸੀਂ ਬੜੇ ਪਾਪੀ ਹਾਂ, ਸਾਨੂੰ ਗੁਰੂ ਪਤਾ ਨਹੀਂ ਬਖਸ਼ੇ ਕਿ ਨਾ ਬਖਸ਼ੇ, ਪਰ ਸਤਿਗੁਰੂ ਗੁਣੀ ਨਿਧਾਨ ਹੈ, ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦੀ ਗਠਰੀ ਹੈ। ਜੋ ਵੀ ਮਨੁੱਖ ਸਤਿਗੁਰੂ ਦੇ ਚਰਨਾਂ ਵਿੱਚ ਜਾਂਦਾ ਹੈ, ਸਤਿਗੁਰੂ ਦਾ ਓਟ ਆਸਰਾ ਲੈਂਦਾ ਹੈ, ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣਿਆਰੇ। ਉਹ ਗੁਣ ਦੇ ਕੇ ਸੰਸਾਰ ਦੇ ਵਿੱਚ ਤੁਹਾਡੇ ਅਵਗੁਣਾਂ ਨੂੰ ਜਿਹੜਾ ਵਾ ਉਹ ਨਾਸ਼ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਇਸ ਕਰਕੇ ਸਾਨੂੰ ਹਮੇਸ਼ਾ ਹੀ ਗੁਰੂ ਦੇ ਪਾਸ ਬਹਿ ਕੇ ਉਸ ਪ੍ਰਭੂ ਦੀ, ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ, ਜਿਸ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ। ਇਸ ਸ੍ਰਿਸ਼ਟੀ ਦੇ ਵਿੱਚ ਆਏ ਹਾਂ, ਜਿਸ ਕਾਰਨ ਸਾਨੂੰ ਮਨੁੱਖਤਾ ਜਨਮ ਮਿਲਿਆ ਹੈ। ਭਈ ਪ੍ਰਾਪਤ ਮਾਨੁਖ ਤੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।